हेलो स्टूडेंट्स, आज ਅਸੀਂ ਕਰਨ ਜਾ ਰਹੇ ਹਾਂ ਲੈਸਨ 8th। ਇੱਕ ਪੋਇਮ ਹੈ आई एम राइटिंग अ ਲੈਟਰ। ਮੈਂ ਇੱਕ ਚਿੱਠੀ ਲਿਖ ਰਿਹਾ ਹਾਂ। ਸੋ ਇਹਦੀ ਪ੍ਰੀ ਰੀਡਿੰਗ ਕਰ ਲਈਏ। ਪ੍ਰੀ ਰੀਡਿੰਗ 'ਚ ਕੀ ਕਰਾਂਗੇ, ਕੁਝ ਨਵੇਂ ਵਰਡ ਸਿੱਖਾਂਗੇ, ਉਹਨਾਂ ਦੇ ਮੀਨਿੰਗ, ਪ੍ਰੋਨਾਂਸੀਏਸ਼ਨ ਤੇ ਉਹਨਾਂ ਦੇ ਸਪੈਲਿੰਗਸ। ਫਰਸਟ, ਕਲੀਅਰਲੀ, ਸਾਫ਼-ਸਾਫ਼। ਸੈਕਿੰਡ, ਐਂਕਸ਼ੀਅਸ ਹੁੰਦਾ ਕਾਲਾ ਪੈ ਜਾਣਾ, ਉਤੇਜਿਤ ਹੋ ਜਾਣਾ, ਠੀਕ। ਟਰੈਵਲਸ, ਯਾਤਰਾ ਕਰਦੀ ਹੈ ਜਾਂ ਯਾਤਰਾ ਕਰਦਾ ਹੈ। ਬਲੋਟ ਤੋਂ ਭਾਵ ਹੁੰਦਾ ਹੈ ਧੱਬਾ, ਕੋਈ ਦਾਗ ਲੱਗ ਜਾਣਾ ਜਾਂ ਸਿਆਹੀ ਲੱਗ ਜਾਣੀ, ਜਿਹਨੂੰ ਆਪਾਂ ਇੰਕ ਬਲੋਟ ਕਹਿੰਦੇ ਆ, ਠੀਕ। ਇਨਵੈਲਪ, ਲਿਫਾਫਾ। ਟਰਨ ਓਵਰ ਹੁੰਦਾ ਪਲਟਾ ਦੇਣਾ, ਪੇਜ ਪਰਤਾ ਦੇਣਾ, ਠੀਕ, ਉਹਨੂੰ ਕਹਿੰਦੇ ਨੇ ਟਰਨ ਓਵਰ। ਲੈਟ ਅਸ ਰੀਡ ਦਾ ਪੋਇਮ। ਸਟਾਰਟ। ਪੋਇਮ ਦਾ ਨਾਮ ਹੈ आई एम राइटिंग अ ਲੈਟਰ। आई एम राइटिंग अ ਲੈਟਰ, ਮੈਂ ਇੱਕ ਚਿੱਠੀ ਲਿਖ ਰਿਹਾ ਹਾਂ। ਟੂ ਸੈਂਡ ਬਾय ਦਾ ਈਵਨਿੰਗ ਪੋਸਟ, ਜਿਹੜੀ ਕਿ ਮੈਂ ਚਾਹੁੰਦਾ ਹਾਂ ਕਿ ਇਹ ਸ਼ਾਮ ਦੀ ਡਾਕ ਦੇ ਨਾਲ ਰਵਾਨਾ ਕਰ ਦਵਾਂ। ਇਟ ਇਜ਼ ਟੂ ਦਾ ਪਰਸਨ, ਇਹ ਉਸ ਵਿਅਕਤੀ ਲਈ ਹੈ। I care for the most, ਜਿਹਦੀ ਮੈਂ ਬਹੁਤ ਜ਼ਿਆਦਾ ਪਰਵਾਹ ਕਰਦਾ ਹਾਂ, ਧਿਆਨ ਰੱਖਦਾ ਹਾਂ। ਰਾਈਟ ਦਾ ਡੇਟ ਕਲੀਅਰਲੀ, ਤਰੀਕ ਨੂੰ ਸਾਫ਼-ਸਾਫ਼ ਲਿਖਦੇ ਹੋਏ। ਐਂਡ ਪੁੱਟ ਦਾ ਰਾਈਟ ਐਡਰੈਸ, ਅਤੇ ਉਸ ਉੱਤੇ ਠੀਕ ਪਤਾ ਲਿਖਦੇ ਹੋਏ। ਐਂਡ ਬਿਗਿਨ, ਅਤੇ ਸ਼ੁਰੂ ਕਰਦਾ ਹਾਂ ਡੀਅਰੈਸਟ ਮੰਮੀ, ਕਿ ਸਭ ਤੋਂ ਪਿਆਰੇ ਮੰਮੀ। ਡਿਡ ਐਨੀਵਨ ਗੈਸ, ਕਿ ਕੋਈ ਹੁਣ ਅੰਦਾਜ਼ਾ ਲਗਾ ਸਕਦਾ ਹੈ। ਮਾਈ ਨਿਊ ਪੈਨ ਟਰੈਵਲਸ ਸਲੋਲੀ, ਮੇਰਾ ਨਵਾਂ ਪੈਨ ਹੌਲੀ-ਹੌਲੀ ਚੱਲਦਾ ਹੈ। all down the long sheet, ਇਸ ਲੰਬੀ ਸ਼ੀਟ ਦੇ ਉੱਤੇ। because I'm so anxious, ਕਿਉਂਕਿ ਮੈਂ ਬਹੁਤ ਉਤੇਜਿਤ ਹਾਂ, ਮੈਂ ਬਹੁਤ excited ਹਾਂ। to keep it all neat, ਕਿ ਇਸ ਸਾਰੀ ਚਿੱਠੀ ਨੂੰ ਮੈਂ ਬਹੁਤ ਸੋਹਣਾ ਬਣਾ ਸਕਾਂ। I carefully blot it ਮਤਲਬ ਮੈਂ ਇਸ ਉੱਤੇ ਸ਼ਾਹੀ ਬਹੁਤ ਆਰਾਮ ਦੇ ਨਾਲ ਚਲਾ ਰਹੀ ਹਾਂ, ਯਾਨੀ ਪੈਨ ਬਹੁਤ ਆਰਾਮ ਦੇ ਨਾਲ ਇਸ ਉੱਤੇ ਚਲਾ ਰਹੀ ਹਾਂ। to dry up the ink, ਇਸ ਇੰਕ ਦੇ ਸੁੱਕਣ ਤੱਕ। such nice blotting paper, ਇਹ ਇੰਨਾ ਅੱਛਾ ਬਲੋਟਿੰਗ ਪੇਪਰ ਹੈ। ਸੋ ਬਲੋਟਿੰਗ ਪੇਪਰ ਕਿਹੜਾ ਹੁੰਦਾ, ਜਿਹੜਾ ਸ਼ਾਈ ਨੂੰ ਸੋਖ ਲੈਂਦਾ ਹੈ। the color is pink, ਤੇ ਇਸ ਬਲੋਟਿੰਗ ਪੇਪਰ ਦਾ ਕਲਰ ਕੀ ਹੈ, ਪਿੰਕ। I turn the page over, ਮੈਂ ਪੇਜ ਨੂੰ ਮੋੜਦਾ ਹਾਂ। and on goes my pen, ਅਤੇ ਉੱਥੇ ਮੇਰਾ ਪੈਨ ਚੱਲਦਾ ਰਹਿੰਦਾ ਹੈ। till lastly come kisses, there's just room for 10, ਤਦ ਤੱਕ ਅਖੀਰ ਤੱਕ ਚੱਲਦਾ ਰਹਿੰਦਾ ਹੈ, ਜਦ ਤੱਕ ਉੱਥੇ 10 kisses ਦੀ ਜਗ੍ਹਾ ਨਹੀਂ ਬਚ ਜਾਂਦੀ। ਯਾਨੀ ਮੈਂ ਆਪਣੇ ਮੰਮੀ ਨੂੰ kisses ਭੇਜਦਾ, ਕਿੰਨੀਆਂ, 10। the envelopes ready, ਹੁਣ ਚਿੱਠੀ ਨੂੰ ਭੇਜਣ ਵਾਲਾ ਲਿਫਾਫਾ ਤਿਆਰ ਹੈ। I put the stamp on, ਮੈਂ ਇਸ ਉੱਤੇ ਟਿਕਟਾਂ ਲਗਾਉਂਦਾ ਹਾਂ। and run to the post box, ਅਤੇ ਪੋਸਟ ਬਾਕਸ ਵੱਲ ਭੱਜਦਾ ਹਾਂ। and now it has gone, ਅਤੇ ਹੁਣ ਇਹ ਜਾ ਚੁੱਕੀ ਹੈ। ਓਕੇ ਜੀ, ਇਹ ਸੀ ਸਾਡੀ ਪੋਇਮ ਰਿਟਨ ਬਾय ਮਾਰਗਰੇਟ ਜੀ ਰੋਡਸ। ਆਓ ਹੁਣ ਕੁਝ ਪੋਸਟ ਰੀਡਿੰਗ ਕਰੀਏ, ਵੋਕੈਬਲਰੀ ਨੂੰ ਐਕਸਪੈਂਡ ਕਰੀਏ। ਲੈਟਸ ਡੂ ਐਕਟੀਵਿਟੀ ਸੈਕਿੰਡ, ਮੇਕ ਮੀਨਿੰਗਫੁਲ ਸੈਂਟੈਂਸਸ ਆਫ ਦਾ ਫੋਲੋਇੰਗ ਵਰਡਸ। ਹੁਣ ਆਪਾਂ ਇਹਨਾਂ ਦੇ ਸੈਂਟੈਂਸਸ ਬਣਾਉਣੇ ਨੇ ਇਹਨਾਂ ਨੀਚੇ ਲਿਖੇ ਹੋਏ ਸ਼ਬਦਾਂ ਦੇ। ਪਹਿਲਾ, ਐਂਕਸ਼ੀਅਸ ਕੀ ਹੁੰਦਾ, ਉਤੇਜਿਤ, ਠੀਕ ਹੈ। I am quite anxious, ਮੈਂ ਕਾਫੀ ਐਂਕਸ਼ੀਅਸ ਹਾਂ। Second, envelop, the letter is in an envelope. Third, blotting paper, it is a fine blotting paper. Activity third, question answers. Who is the poet writing the letter to? Poet किन्नू चिट्ठी लिख रहा है। The poet is writing the letter to his mother. Second, what did the poet write on the envelope? Envelope ਦੇ ਉੱਤੇ poet ਨੇ ਕੀ ਲਿਖਿਆ? The poet wrote the address on the envelope. Third, why was the poet anxious? Poet anxious क्यों सी? The poet was so anxious to write that letter all neat. Next, what is the meaning of my pen travels slowly? ਇਸ ਦਾ ਕੀ ਮਤਲਬ ਹੈ ਕਿ ਮੇਰਾ ਪੈਨ ਹੌਲੀ-ਹੌਲੀ ਯਾਤਰਾ ਕਰਦਾ ਹੈ। The poet writes slowly. Fifth, what is the meaning of there's just room for 10? ਇਹਦਾ ਕੀ ਮਤਲਬ ਹੈ, there's just room for 10? ਰੂਮ ਹੁੰਦੀ ਹੈ ਜਗ੍ਹਾ, ਕਿ ਉੱਥੇ ਸਿਰਫ 10 ਦੀ ਜਗ੍ਹਾ ਸੀ। The poet left the space for
10 kisses for his mother. Adverbs. So ਉਸ ਤੋਂ ਪਹਿਲਾਂ ਸਾਨੂੰ ਇਹ ਪਤਾ ਹੋਵੇ ਕਿ verbs ਕੀ ਹੁੰਦੇ ਨੇ। verbs ਹੁੰਦੀਆਂ ਕਿਰਿਆਵਾਂ, ਕੀਤਾ ਜਾਣ ਵਾਲਾ ਕੰਮ। ਤੇ adjective ਕੀ ਹੁੰਦੇ ਆ? adjective ਹੁੰਦੇ ਨੇ ਵਿਸ਼ੇਸ਼ਣ। ਜਦੋਂ ਅਸੀਂ ਕਿਸੇ ਵਿਅਕਤੀ, ਚੀਜ਼, ਜਗ੍ਹਾ ਆਦਿ ਦੀ ਕੋਈ ਵਿਸ਼ੇਸ਼ਤਾ ਦਸੀਏ ਕਿ ਉਹ ਚੰਗੀ ਹੈ, ਮਾੜੀ ਹੈ, ਵਧੀਆ ਹੈ, ਉੱਚਾ, ਲੰਮਾ, ਠੀਕ ਹੈ, ਉਹ ਸਾਰੇ ਕੀ ਹੁੰਦੇ ਨੇ? ਉਸ ਨਾਉਨ ਜਾਂ ਪ੍ਰੋਨਾਉਨ ਦੇ adjective। ਸੋ ਜਦੋਂ ਅਸੀਂ ਕਿਸੇ verb ਦੀ ਤਾਰੀਫ ਕਰੀਏ, ਕਿਸੇ ਦੇ ਕੀਤੇ ਹੋਏ ਕੰਮ ਦੀ ਤਾਰੀਫ ਕਰੀਏ, ਉਹਨੂੰ ਆਪਾਂ ਕਹਾਂਗੇ adverbs। ਸੋ ਆਪਾਂ ਫਰਸਟ ਸੈਂਟੈਂਸ ਵਿੱਚ ਦੇਖਦੇ ਹਾਂ ਕਿ ਕਿਹੜਾ ਕੰਮ ਹੋਇਆ। ਫਰਸਟ, the dog works, ਕੁੱਤਾ ਕੰਮ ਕਰਦਾ ਹੈ। ਓਕੇ, ਸੋ works ਕੀ ਹੋ ਗਿਆ? ਕੰਮ ਕਰਦਾ। ਕਿਸ ਤਰ੍ਹਾਂ ਕੰਮ ਕਰਦਾ ਹੈ? faithfully, ਵਫਾਦਾਰੀ ਨਾਲ। ਠੀਕ, ਸੋ ਇਹ ਕੁੱਤੇ ਦੀ ਤਾਰੀਫ ਨਹੀਂ ਹੈ, ਕੁੱਤੇ ਦੇ ਕੰਮ ਦੀ ਤਾਰੀਫ ਹੈ, ਇਸ ਕਰਕੇ faithfully ਕੀ ਹੋ ਗਿਆ? adverb। the dog works faithfully for his master। second, we cannot see, ਅਸੀਂ ਨਹੀਂ ਦੇਖ ਸਕਦੇ। clearly, ਸਾਫ਼-ਸਾਫ਼। ਓਕੇ, ਹੁਣ ਸਾਡੇ ਬਾਰੇ ਨਹੀਂ ਕਿਹਾ ਜਾ ਰਿਹਾ, ਸਾਡੇ ਦੇਖਣ ਬਾਰੇ ਕਿਹਾ ਜਾ ਰਿਹਾ ਕਿ ਅਸੀਂ ਸਾਫ਼-ਸਾਫ਼ ਦੇਖ ਸਕਦੇ ਹਾਂ ਕਿ ਨਹੀਂ ਦੇਖ ਸਕਦੇ। ਇਹਨਾਂ ਨੇ ਕਿਹਾ we cannot see clearly। ਓਕੇ, ਸੋ clearly ਕੀ ਹੋ ਗਿਆ? adverb। in the dark, ਹਨੇਰੇ ਵਿੱਚ। the old man is walking slowly, slowly ਕੀ ਹੋ ਗਿਆ? adverb। please do the work carefully, ਕਿਰਪਾ ਕਰਕੇ ਕੰਮ ਧਿਆਨ ਨਾਲ ਕਰੋ। carefully ਕੀ ਹੋ ਗਿਆ? adverb। ਓਕੇ, ਜਿੰਨੇ ਵੀ ਅੰਡਰਲਾਈਨਡ ਵਰਡਸ ਹੈ ਇਹ ਸਾਰੇ ਕੀ ਨੇ? adverbs। ਆਓ ਅਸੀਂ ਹੁਣ ਕੁਝ adverbs ਇਹਨਾਂ ਵਿੱਚ ਵੀ ਦੇਖੀਏ। ਫਰਸਟ, the dog barked loudly, loudly ਕੀ ਹੋਇਆ? adverb। the boy talked rudely, rudely ਕੀ ਹੁੰਦਾ? ਬੁਰੀ ਤਰ੍ਹਾਂ। the child cried bitterly, bitterly ਵੀ ਹੁੰਦਾ ਬੁਰੀ ਤਰ੍ਹਾਂ, ਫੁੱਟ-ਫੁੱਟ ਕੇ ਰੋਣਾ। ਠੀਕ ਹੈ, ਬੱਚਾ ਬੁਰੀ ਤਰ੍ਹਾਂ ਰੋਇਆ। we sleep early at night, early, okay, adverb। the king treated his people kindly, ਰਾਜੇ ਨੇ ਆਪਣੇ ਲੋਕਾਂ ਨਾਲ ਦਿਆਲਤਾ ਪੂਰਵਕ ਵਿਵਹਾਰ ਕੀਤਾ। kindly, okay। so activity 4 ਚ ਅਸੀਂ ਦੇਖਦੇ ਹਾਂ you have learnt some ly words, such words are called adverbs। ਹੁਣ ਤੁਸੀਂ ਲੀ ਵਾਲੇ words ਦੇਖੇ, ly ਵਾਲੇ words ਦੇਖੇ, ਇਹਨਾਂ words ਨੂੰ ਕਹਿੰਦੇ ਹਾਂ adverbs। an adverb is a word that tells us more about a verb। okay, ਜੋ ਅਸੀਂ ਪਹਿਲਾਂ ਕਿਹਾ ਕਿ ਜਿਹੜੇ ਕਿ ਸਾਨੂੰ verb ਬਾਰੇ ਹੋਰ ਦੱਸਦੇ ਹਨ। the function of adverbs is to add the meaning to the verb। so ਇਹਨਾਂ adverbs ਦਾ ਕੰਮ ਕੀ ਹੈ ਕਿ ਕਿਰਿਆ ਦੇ ਅਰਥਾਂ ਨੂੰ ਹੋਰ ਸਾਰਥਕ ਕਰਨਾ, ਵਧੀਆ ਦੱਸ ਦੇਣਾ ਵੀ ਇਹ ਕਿਰਿਆ ਕਿਸ ਤਰ੍ਹਾਂ ਹੋ ਰਹੀ ਹੈ। adverbs ਹੋਰ ਕਾਹਦੇ ਵਾਸਤੇ ਯੂਜ਼ ਹੁੰਦੇ ਹਨ? verb ਨੂੰ ਮੋਡੀਫਾਈ ਕਰਨ ਲਈ। adverbs are used to modify a verb, an adjective or another adverb that is attached to। so adverbs ਕਾਹਦੇ ਵਾਸਤੇ ਹੁੰਦੇ ਨੇ? ਕਿਰਿਆ ਵਿਸ਼ੇਸ਼ਣ ਅਤੇ ਹੋਰ ਦੂਜੇ ਕਿਰਿਆ ਵਿਸ਼ੇਸ਼ਣਾਂ ਨੂੰ ਯਾਨੀ adverbs ਨੂੰ ਮੋਡੀਫਾਈ ਕਰਨ ਲਈ, ਉਹਨਾਂ ਦਾ ਮੀਨਿੰਗ ਹੋਰ ਕਲੀਅਰ ਕਰਨ ਲਈ। ਓਕੇ, ਜਿੱਦਾਂ ਕਲੀਅਰ, ਇਹ ਹੁਣ ਕੀ ਹੈ? ਕਲੀਅਰ ਐਡਜੈਕਟਿਵ ਹੈ। ਹੁਣ ਇਹਨੂੰ ਜੇ ਮੋਡੀਫਾਈ ਕਰਨਾ ਹੋਵੇ by adding ਲੀ, ਓਕੇ, ਇਹ ਕੀ ਬਣ ਜਾਏਗਾ? clearly। clearly is an adverb, ਕਿਉਂਕਿ ਇਹਨਾਂ ਲੀ ਲੱਗ ਗਿਆ, ਇਸ ਕਰਕੇ clear ਦਾ adverb ਕੀ ਬਣ ਗਿਆ? clearly। ਸੋ ਜਿਹੜੇ ਸ਼ਬਦ ਨਾਲ ly ਲੱਗ ਜਾਵੇ ਉਸ ਵਾਕ ਵਿੱਚ ਸੈਂਟੈਂਸ ਦਾ ਫੋਕਸ ਕਿਹਦੇ ਤੇ ਹੋ ਜਾਂਦਾ? ਕੰਮ ਦੇ ਉੱਤੇ। ਓਕੇ, ਕਿ ਉਹ ਕੰਮ ਕਿਹੜੇ ਢੰਗ ਨਾਲ ਕੀਤਾ ਗਿਆ। ਠੀਕ ਹੈ, ਨੈਕਸਟ adjectives। adjectives ਜਿਵੇਂ ਪਹਿਲਾਂ ਦੱਸਿਆ ਉਹ ਕੀ ਹੁੰਦੇ ਨੇ? ਵਿਸ਼ੇਸ਼ਣ, ਨਾਉਨ ਜਾਂ ਪ੍ਰੋਨਾਉਨ ਦੀ ਕੋਈ ਵਿਸ਼ੇਸ਼ਤਾ ਦੱਸਦੇ ਹੋਣ ਉਹਨਾਂ ਨੂੰ ਆਪਾਂ ਕੀ ਕਹਿੰਦੇ ਆ? adjective। ਐਗਜ਼ਾਮਪਲਸ ਦੇਖਦੇ ਹਾਂ। he is a tall boy, ਉਹ ਇੱਕ ਲੰਮਾ ਲੜਕਾ ਹੈ। ਰੀਨਾ is a rich girl, ਰੀਨਾ ਇੱਕ ਅਮੀਰ ਲੜਕੀ ਹੈ। I have a warm blanket, warm ਕੀ ਹੁੰਦਾ? ਨਿੱਘਾ, ਤੇ blanket ਕੰਬਲ, ਮੇਰੇ ਕੋਲ ਇੱਕ ਨਿੱਘਾ ਕੰਬਲ ਹੈ। Harry is a strong boy, ਹੈਰੀ ਇੱਕ ਤਾਕਤਵਰ ਲੜਕਾ ਹੈ। strong। activity 5, give any 5 describing words from the poem and write them in the space provided। ਹੁਣ ਆਪਾਂ poem ਵਿੱਚੋਂ describing words ਦੇਖਣੇ ਨੇ। describing ਹੁੰਦੇ ਨੇ ਕਿਸੇ ਵੀ ਚੀਜ਼ ਬਾਰੇ ਜਾਣਕਾਰੀ ਦੇਣ ਵਾਲੇ ਸ਼ਬਦ, describing words। ਠੀਕ ਹੈ, ਉਹ poem ਚ ਆਪਾਂ ਦੇਖਣੇ ਨੇ। and write them in the space provided, ਅਤੇ ਜਿਹੜੀ space ਦਿੱਤੀ ਗਈ ਹੈ ਉਹਦੇ ਵਿੱਚ ਉਹ ਲਿਖਣੇ ਹਨ। also write the word that it describes, ਤੇ ਉਹ ਵੀ word ਲਿਖਣਾ ਹੈ ਜਿਹੜੇ word ਨੂੰ ਉਸ describing word ਨੇ describe ਕੀਤਾ ਹੈ। ਠੀਕ ਹੈ ਜੀ। for example, ਜਿਵੇਂ ਉਦਾਹਰਨ ਦੇ ਤੌਰ ਤੇ once there was a big green tree, ਇੱਕ ਵਾਰ ਦੀ ਗੱਲ ਹੈ ਕਿ ਇੱਕ ਵੱਡਾ ਹਰਾ ਦਰਖਤ ਸੀ। little boy played under its cool shade, ਛੋਟਾ ਬੱਚਾ ਇਸ ਦੀ ਠੰਡੀ ਛਾਂ ਹੇਠਾਂ ਖੇਡਦਾ ਸੀ। ਹੁਣ ਇਹਦੇ ਵਿੱਚ describing word ਕਿਹੜਾ ਹੈ ਤੇ ਉਹ describe ਕਿਹਨੂੰ ਕਰ ਰਿਹਾ ਉਹ ਆਪਾਂ ਨੀਚੇ ਐਗਜ਼ਾਮਪਲ ਚ ਦੇਖਦੇ ਹਾਂ। ਫਰਸਟ, ਜਿਸ ਤਰ੍ਹਾਂ ਲਿਖਿਆ big, big ਕੀ ਸੀ? tree, ਓਕੇ। little, little ਕੌਣ ਸੀ? boy। cool, ਠੰਡਾ ਜਾਂ ਠੰਡੀ ਕੀ ਸੀ? shade, ਛਾਂ। ਇਸ
ਉਸੇ ਤਰ੍ਹਾਂ ਦੇ ਵਰਡਸ ਅਸੀਂ ਪੋਇਮ ਵਿੱਚੋਂ ਲੱਭਣੇ ਹਨ ਤੇ ਇਹ ਦੱਸਣਾ ਹੈ ਕਿ ਉਹ ਕਿਸ ਨੂੰ ਡਿਸਕ੍ਰਾਈਬ ਕਰ ਰਹੇ ਸਨ। ਸੋ ਫੋਰਥ ਕਿਹੜਾ ਹੋਏਗਾ? ਰਾਈਟ। ਤੇ ਕਿਹਨੂੰ ਡਿਸਕ੍ਰਾਈਬ ਕਰ ਰਹੇ ਸਨ? ਐਡਰੈਸ ਨੂੰ। ਰਾਈਟ ਐਡਰੈਸ। ਨੈਕਸਟ ਲੌਂਗ, ਲੰਬੀ। ਸੋ ਡਿਸਕ੍ਰਾਈਬਿੰਗ ਵਰਡ ਹੋ ਗਿਆ ਲੌਂਗ ਤੇ ਕਿਹੜਾ ਵਰਡ ਸੀ ਜਿਹਨੂੰ ਡਿਸਕ੍ਰਾਈਬ ਕਰ ਰਹੇ ਸੀ? ਸ਼ੀਟ। ਲੌਂਗ ਸ਼ੀਟ। ਸੋ ਨੈਕਸਟ ਡਿਸਕ੍ਰਾਈਬਿੰਗ ਵਰਡ ਹੋ ਗਿਆ ਨਾਈਸ ਤੇ ਕਿਹਨੂੰ ਡਿਸਕ੍ਰਾਈਬ ਕਰ ਰਿਹਾ? ਬਲੌਟਿੰਗ ਪੇਪਰ ਨੂੰ। ਉਸ ਤੋਂ ਅਗਲਾ ਪਿੰਕ। ਪਿੰਕ ਵੀ ਕਿਹੜਾ ਸੀ? ਬਲੌਟਿੰਗ ਪੇਪਰ। ਓਕੇ, ਲੈਟ ਅਸ ਲਰਨ ਸਮ ਮੋਰ ਐਡਜੈਕਟਿਵਸ ਐਂਡ ਦੈਨ ਵੀ ਵਿਲ ਕੰਟੀਨਿਊ ਵਿਦ ਐਡਵਰਬਸ। ਆਓ ਹੁਣ ਥੋੜੇ ਜਿਹੇ ਐਡਜੈਕਟਿਵਸ ਹੋਰ ਸਿੱਖ ਲੈਂਦੇ ਆ, ਫਿਰ ਉਸ ਤੋਂ ਬਾਅਦ ਅਸੀਂ ਐਡਵਰਬਸ ਨੂੰ ਜਾਰੀ ਰੱਖਾਂਗੇ ਐਸ ਕੈਨ ਬੀ ਸੀਨ ਇਨ ਦਾ ਐਕਟੀਵਿਟੀ ਅਬਵ, ਜਿਹੜੇ ਕਿ ਉੱਪਰਲੀ ਐਕਟੀਵਿਟੀ 'ਚ ਦੇਖੇ ਜਾ ਸਕਦੇ ਹਨ। ਦਾ ਡਿਸਕ੍ਰਾਈਬਿੰਗ ਵਰਡ ਲਿਟਲ ਡਿਸਕ੍ਰਾਈਬਸ ਅ ਨਾਉਨ ਬॉय, ਕਿ ਜਿਹੜਾ ਡਿਸਕ੍ਰਾਈਬਿੰਗ ਵਰਡ ਹੈ ਲਿਟਲ ਉਹ ਕਿਹਨੂੰ ਡਿਸਕ੍ਰਾਈਬ ਕਰ ਰਿਹਾ? ਬॉय ਨੂੰ। ਇਟ ਐਡਸ ਟੂ ਦਾ ਕੁਆਲਿਟੀ ਆਫ ਦਾ ਨਾਉਨ, ਇਹ ਨਾਉਨ ਦੀ ਵਿਸ਼ੇਸ਼ਤਾ ਦੱਸਦਾ ਹੈ। ਡਿਸਕ੍ਰਾਈਬਿੰਗ ਵਰਡਸ ਆਰ ਕਾਲਡ ਐਡਜੈਕਟਿਵਸ ਤੇ ਇਹੋ ਜਿਹੇ ਡਿਸਕ੍ਰਾਈਬਿੰਗ ਵਰਡਸ ਜਿਹੜੇ ਕਿ ਨਾਉਨ ਬਾਰੇ ਕੁਝ ਦੱਸਦੇ ਹਨ ਉਹਨਾਂ ਨੂੰ ਆਪਾਂ ਕਹਿੰਦੇ ਹਾਂ ਐਡਜੈਕਟਿਵਸ। देयर कैन बी अदर ਡਿਸਕ੍ਰਾਈਬਿੰਗ ਵਰਡਸ ਬਿਫੋਰ ਬॉय ਆਲਸੋ। ਬॉय ਤੋਂ ਪਹਿਲਾਂ ਵੀ ਕਈ ਡਿਸਕ੍ਰਾਈਬਿੰਗ ਵਰਡਸ ਹਨ ਜਿੱਦਾਂ ਕਿ ਸਚ ਐਜ਼ ਫੈਟ, ਸ਼ਾਰਟ, ਟਾਲ, ਗੁੱਡ, ਬੈਡ, ਬਿਗ ਐਟਸੈਟਰਾ। ਸੋ ਇਹ ਵੀ ਸਾਰੇ ਕੀ ਨੇ? ਡਿਸਕ੍ਰਾਈਬਿੰਗ ਵਰਡਸ। ਆਲ ਥੀਸ ਆਰ ਐਡਜੈਕਟਿਵਸ, ਇਹ ਸਾਰੇ ਐਡਜੈਕਟਿਵਸ ਹਨ। ਓਕੇ, ਐਕਟੀਵਿਟੀ 6 ਮੇਕ ਸੈਂਟੈਂਸਸ ਅਬਾਊਟ ਯੋਰਸੈਲਫ ਯੂਜ਼ਿੰਗ ਐਡਜੈਕਟਿਵਸ। ਹੁਣ ਅਸੀਂ ਆਪਣੇ ਆਪ ਐਡਜੈਕਟਿਵਸ ਵਰਤਨੇ ਨੇ ਤੇ ਇਹਨਾਂ ਦੇ ਸੈਂਟੈਂਸ ਬਣਾਉਣੇ ਹਨ। ਸਟਾਰਟ ਕਿੱਦਾਂ ਕਰਨਾ? ਮਾਈ ਨੇਮ ਇਜ਼, ਆਪਣਾ ਨਾਮ ਲਿਖ ਦਿਓ, ਜਿਵੇਂ ਮੈਂ ਲਿਖਿਆ ਮਾਈ ਨੇਮ ਇਜ਼ ਪਰਮਜੋਤ ਸਿੰਘ। ਆਈ ਐਮ a student, I live in city, I have a small house, it is very beautiful house, I study in a government senior secondary school, it is a big school in my city, my school has many tall and green trees। okay, so ਇਹ ਸਾਰੇ ਕੀ ਨੇ ਜੋ ਰਚਾਏ ਨੇ? adjectives। adjectives can be used to compare the qualities in a person, animal or a thing। so adjectives ਆਪਾਂ ਉਦੋਂ ਵੀ ਯੂਜ਼ ਕਰਦੇ ਹਾਂ ਜਦੋਂ ਇੱਕ ਦੂਜੇ ਦੀਆਂ ਕੁਆਲਿਟੀਆਂ ਨੂੰ ਕੰਪੇਅਰ ਕਰਨਾ ਹੁੰਦਾ, ਠੀਕ ਹੈ, ਮਿਲਾਣਾ ਹੁੰਦਾ ਹੈ। ਐਗਜ਼ਾਮਪਲਸ, ਹੈਰੀ ਇਜ਼ ਅ ਸਟਰੋਂਗ ਬॉय, ਹੈਰੀ ਇੱਕ ਤਗੜਾ ਲੜਕਾ ਹੈ। ਸੈਕਿੰਡ ਕੀ ਹੋਇਆ? ਮੋਨੂ ਇਜ਼ ਸਟਰੋਂਗਰ ਦੈਨ ਹੈਰੀ, ਕਿ ਮੋਨੂ ਹੈਰੀ ਤੋਂ ਵੀ ਸਟਰੋਂਗਰ ਹੈ। ਵਿਕੀ ਇਜ਼ ਦਾ ਸਟਰੋਂਗੈਸਟ, ਵਿਕੀ ਸਭ ਤੋਂ ਸਟਰੋਂਗ ਹੈ। ਠੀਕ ਹੈ, ਸੋ 3 ਡਿਗਰੀਜ਼ ਕਿਹੜੀਆਂ ਹੋ ਗਈਆਂ? ਸਟਰੋਂਗ, ਸਟਰੋਂਗਰ, ਸਟਰੋਂਗੈਸਟ। ਓਕੇ, ਦ ਵਰਡ ਸਟਰੋਂਗ ਇਜ਼ ਅ ਕੁਆਲਿਟੀ। ਸੋ ਵਰਡ ਜਿਹੜਾ ਸਟਰੋਂਗ ਹੈ ਉਹ ਕੀ ਹੋਇਆ? ਕੁਆਲਿਟੀ ਹੋ ਗਈ, एडजेक्टिव हो गया। मोनू इज स्ट्रोंगर देन हैरी मीन्स मोनू इज मोर स्ट्रोंग देन हैरी, मोनू हैरी तो ज्यादा तगड़ा है। विकी इज द स्ट्रोंगेस्ट, विकी सब तो ज्यादा बलवान है। मीन्स दैट विकी इज स्ट्रोंगर देन बोथ हैरी एंड मोनू, के विकी हैरी ते मोनू तो भी तगड़ा है। ठीक है, इन द सेंटेंसेस अबव देयर इज अ कंपैरिजन ऑफ द क्वालिटी दैट इज स्ट्रोंग। सो उपरले सेंटेंसेस ਅਸੀਂ ਦੇਖਦੇ ਹਾਂ ਕਿ ਇੱਕ ਕੁਆਲਿਟੀ ਨੂੰ ਲੈ ਕੇ ਤਿੰਨਾਂ ਵਿੱਚ ਕੰਪੈਰੀਜ਼ਨ ਹੋਇਆ। ਉਹ ਕੁਆਲਿਟੀ ਕਿਹੜੀ ਸੀ? ਸਟਰੋਂਗ, ਕਿ ਕੌਣ ਕਿੰਨਾ ਤਾਕਤਵਰ ਹੈ। ਇਨ ਇੰਗਲਿਸ਼ ਗ੍ਰਾਮਰ ਇਟ ਇਜ਼ ਕਾਲਡ ਡਿਗਰੀਜ਼ ਆਫ ਕੰਪੈਰੀਜ਼ਨ। ਸੋ ਇਸੇ ਹੀ ਚੀਜ਼ ਨੂੰ ਇੰਗਲਿਸ਼ ਦੀ ਗ੍ਰਾਮਰ 'ਚ ਕੀ ਕਹਿੰਦੇ ਹਨ? ਡਿਗਰੀਜ਼ ਆਫ ਕੰਪੈਰੀਜ਼ਨ। ਓਕੇ, ਇਟ means that two or more things or people are compared for having a quality and to assess who has more of that quality। ਇਹਦਾ ਮਤਲਬ ਇਹ ਹੁੰਦਾ ਹੈ ਕਿ ਲੋਕਾਂ ਅਤੇ ਚੀਜ਼ਾਂ ਵਿੱਚ ਜਿਹੜੀ ਉਹਨਾਂ 'ਚ ਕੁਆਲਿਟੀ ਹੈ ਉਹਨੂੰ ਕੰਪੇਅਰ ਕਰਨਾ ਤੇ ਇਹ ਦੇਖਣਾ ਕਿ ਉਹ ਕੁਆਲਿਟੀ ਕਿਹਦੇ 'ਚ ਜ਼ਿਆਦਾ ਹੈ ਤੇ ਕਿਹਦੇ ਵਿੱਚ ਘੱਟ ਹੈ। ਠੀਕ, let us look at the following 3 tables। ਹੁਣ ਨਿਚਲੇ 3 tables ਦੇਖਦੇ ਹਾਂ। The tables show the degree of comparison in different types of adjectives। ये tables की show करते हैं अलग अलग degrees of comparison। so first की है positive, second की है comparative, तीसरी है superlative। positive मतलब first degree, comparative मतलब second degree, superlative मतलब third degree। strong, stronger, strongest। kind, kinder, kindest। long, longer, longest। small, smaller, smallest। sweet, sweeter, sweetest। tall, taller, tallest। young, younger, youngest। fat, fatter, fattest। slim, slimmer, slimmest। deep, deeper, deepest। okay, ਹੁਣ ਆਪਾਂ ਕੁਝ ਇਹੋ ਜਿਹੇ ਵੀ ਦੇਖਦੇ ਹਾਂ ਜਿਹਦੇ ਵਿੱਚ more ਤੇ most ਦੀ ਵਰਤੋਂ ਹੁੰਦੀ ਹੈ। beautiful, more beautiful, most beautiful। active, more active, most active। helpful, more helpful,
most helpful, careful, more careful, most careful, attractive, more attractive, most attractive, popular, more popular, most popular, faithful, more faithful, most faithful, famous, more famous, most famous, difficult, more difficult, most difficult, intelligent, more intelligent, most intelligent, polite, polite ਹੁੰਦਾ ਨਿਮਰਤਾ ਰੱਖਣ ਵਾਲਾ, more polite, most polite। ਹੁਣ ਕੁਝ ਇਹੋ ਜਿਹੀਆਂ ਡਿਗਰੀਜ਼ ਦੇਖਦੇ ਹਾਂ ਜੋ ਕਿ ਆਪਸ ਵਿੱਚ ਮੇਲ ਨਹੀਂ ਖਾਂਦੀਆਂ, ਜਿੱਦਾਂ bad, worse, worst, bad ਹੁੰਦਾ ਬੁਰਾ, worse ਹੁੰਦਾ ਉਸ ਤੋਂ ਬੁਰਾ, worst ਸਭ ਤੋਂ ਬੁਰਾ, good, better, best, far, far ਹੁੰਦਾ ਦੂਰ, farther, farthest, little, less, least, much ज़्यादा, more ਉਸ ਤੋਂ ज़्यादा, most ਸਭ ਤੋਂ ज़्यादा, some, more, most, many, more, most। okay, so ये सी degrees of adjective। Here are some sentences making comparisons between two things। Fill in the blanks with the most suitable form of the adjective given in the bracket। so ਇੱਥੇ ਹੁਣ comparison ਕਰਨਾ, comparison ਜਦੋਂ ਦੋ ਚੀਜ਼ਾਂ ਦੇ ਵਿੱਚ ਹੋਏਗਾ ਉਦੋਂ second degree ਲੱਗੇਗੀ, ਠੀਕ ਹੈ। so ਇੱਥੇ ਦੇਖਦੇ ਹਾਂ ਕਿਹੋ ਜਿਹੇ comparison ਦੀ ਗੱਲ ਕੀਤੀ ਹੈ। first, my room is bigger than yours, तेरे नालों ज़्यादा bigger है। Sachin's score is better than Sehwag's। The Pacific Ocean is deeper than the Arctic Ocean। The Arctic Ocean is colder than the Indian Ocean। Ravi is more polite than Sunny। My sister is taller than me। A rose is more beautiful than a marigold। The earth is larger than the moon। An ounce is less than a pound। Learning Mandarin is more difficult than learning English। Activity 8. Complete the following sentences by using the correct form of adjective given in bold। ਸੋ ਇਹਦੇ 'ਚ ਜਿਹੜੇ ਸ਼ਬਦ ਬੋਲਡ ਕਰਕੇ ਦਿੱਤੇ ਹੋਏ ਹਨ ਉਹਨਾਂ ਦੀ ਆਪਾਂ ਕਰੈਕਟ ਫਾਰਮ ਲਗਾਣੀ ਹੈ, ਯਾਨੀ ਡਿਗਰੀਜ਼ ਲਗਾਣੀਆਂ ਹਨ ਕਿ ਉੱਥੇ ਕਿਹੜੀ ਲੱਗੇਗੀ। ਐਗਜ਼ਾਮਪਲਸ ਦਿੱਤੀ ਹੋਈ ਹੈ, ਆਈ ਹੈਵ ਅ ਫਾਸਟ ਕਾਰ, ਮੇਰੇ ਕੋਲ ਇੱਕ ਤੇਜ਼ ਚੱਲਣ ਵਾਲੀ ਕਾਰ ਹੈ, ਬਟ ਮਾਈ ਫਰੈਂਡਸ ਕਾਰ ਇਜ਼ ਫਾਸਟਰ। ਠੀਕ ਹੈ, ਵੀ ਜਿਹੜੀ ਮੇਰੇ ਫਰੈਂਡ ਕੋਲ ਕਾਰ ਹੈ ਉਹ ਮੇਰੀ ਕਾਰ ਨਾਲੋਂ ਵੀ ਫਾਸਟ ਹੈ। ਆ ਜਾਓ ਹੁਣ ਆਪਾਂ ਸ਼ੁਰੂ ਕਰੀਏ। ਫਸਟ, This is a nice dog। ਇਹ nice dog ਹੈ। It's much nicer than my friend's dog। Second, here is Lakshmi। Lakshmi ਇੱਥੇ ਹੈ। She is 5 years old। ਉਹ 5 ਸਾਲਾਂ ਦੀ ਹੈ। Her brother Ram is 10। ਉਸਦਾ brother Ram 10 ਸਾਲ ਦਾ ਹੈ। Ram is older, means ਕਿ Ram ਜ਼ਿਆਦਾ ਵੱਡਾ ਹੈ। Okay। Third, Anita has an interesting hobby। अनीता कोल एक बड़ी रोचक हॉबी है, but my sister has the most interesting hobby in the world। ठीक है, जिथे the लग जावे उदे नाल आपां third degree लगाने हैं। okay, but my sister has the most interesting hobby in the world। Fourth, last holiday I read a good book। पिछली छुट्टी में एक अच्छी किताब पढ़ी। My father gave me an even better book last weekend। ਪਿਛਲੇ ਹਫਤੇ ਦੇ ਆਖਰੀ ਦਿਨ ਵਿੱਚ ਮੇਰੇ ਪਿਤਾ ਨੇ ਉਸ ਤੋਂ ਵੀ ਵਧੀਆ ਮੈਨੂੰ ਇੱਕ ਕਿਤਾਬ ਦਿੱਤੀ। ਠੀਕ ਹੈ, even better। Fifth, school is boring। school boring ਹੈ, but homework is more boring than school। Skateboarding is a dangerous hobby। स्केटबोर्डिंग एक खतरनाक शौक है। बंजी जंपिंग इज मोर डेंजरस दैन स्केटबोर्डिंग। ओके, दिस मैगजीन इज चीप। ये मैगजीन चीप है, सस्ता है, बट दैट वन इज चीपर, पर वो इस तो भी सस्ता है। एट्थ, वी लिव इन अ स्मॉल हाउस। ਅਸੀਂ ਇੱਕ ਛੋਟੇ ਘਰ ਵਿੱਚ ਰਹਿੰਦੇ ਹਾਂ, ਬਟ ਮਾਈ ਗ੍ਰੈਂਡ ਪੇਰੈਂਟਸ ਹਾਊਸ ਇਜ਼ ਈਵਨ ਸਮॉलर ਦੈਨ ਆਵਰਸ। ਪਰ ਸਾਡੇ ਦਾਦਾ ਦਾਦੀ ਜੀ ਦਾ ਘਰ ਇਸ ਤੋਂ ਵੀ ਛੋਟਾ ਹੈ। ਓਕੇ ਜੀ, ਨਾਓ ਬੈਕ ਟੂ ਦਾ ਐਡਵਰਬਸ। ਹੁਣ ਆਪਾਂ ਕਾਫੀ ਐਡਜੈਕਟਿਵਸ ਕਰ ਲਏ, ਕਿਉਂਕਿ ਐਡਜੈਕਟਿਵਸ ਜਦ ਤੱਕ ਨਾ ਆਉਂਦੇ ਹੋਣ ਤੇ ਐਡਵਰਬ ਦੀ ਸਾਨੂੰ ਅੱਛੀ ਤਰ੍ਹਾਂ ਸਮਝ ਨਹੀਂ ਆ ਸਕਦੀ। ਓਕੇ, ਵੈਨ ਐਨ ਐਡਵਰਬ ਮੋਡੀਫਾਈਜ਼ ਅ ਵਰਬ। ਜਦੋਂ ਇੱਕ ਐਡਵਰਬ ਕਿਸੇ ਕਿਰਿਆ ਨੂੰ ਹੋਰ ਮੋਡੀਫਾਈ ਕਰਦਾ ਹੈ, ਹੋਰ ਸਾਰਥਕ ਕਰਦਾ ਹੈ, ਉਸ ਦੇ अर्थ होर स्पष्ट करता है। इट यूजुअली टेल्स अस
ਇਹ ਆਮ ਕਰਕੇ ਸਾਨੂੰ ਦੱਸਦਾ ਹੈ ਹਾਊ ਕਿ ਇਹ ਕਿਰਿਆ ਕਿੱਦਾਂ ਹੋਈ, ਵੈਨ ਕਦੋਂ ਹੋਈ, ਵੇਅਰ ਕਿੱਥੇ ਹੋਈ, ਹਾਊ ਓਫਨ ਕਿੰਨੀ ਕੁ ਵਾਰੀ ਹੁੰਦੀ ਹੈ, ਐਂਡ ਹਾਊ ਮੱਚ ਦਾ ਐਕਸ਼ਨ ਇਜ਼ ਪਰਫਾਰਮਡ ਤੇ ਉਹ ਵਾਲਾ ਐਕਸ਼ਨ ਕਿੰਨੀ ਕੁ ਮਿਕਦਾਰ ਵਿੱਚ ਹੋਇਆ। Here are some examples of adverbs modifying verbs. ਇੱਥੇ ਕੁਝ examples ਹਨ ਜਿਹੜੀਆਂ ਕਿ verb ਨੂੰ modify ਕਰ ਰਹੀਆਂ ਹਨ, ਦੱਸ ਰਹੀਆਂ ਹਨ ਕਿ ਇਹ verb ਕਿੱਦਾਂ ਹੋਇਆ। So first ਹੈ how। ਹੁਣ ਜਿਹੜਾ sentence ਅਸੀਂ ਪੜਾਂਗੇ ਉਹਦੇ ਵਿੱਚ show ਹੋ ਰਿਹਾ ਹੋਵੇਗਾ ਕਿ ਇਹ ਕੰਮ ਕਿਵੇਂ ਹੋਇਆ। He crossed the road। ਉਸਨੇ road ਪਾਰ ਕੀਤੀ। ਹੁਣ ਕਿਸ ਤਰ੍ਹਾਂ ਕੀਤੀ, ਕਿਵੇਂ ਕੀਤੀ? Quickly, ਤੇਜ਼ੀ ਨਾਲ। ਓਕੇ, ਇਹ ਕੀ ਹੋ ਗਿਆ? ਐਡਵਰਬ। ਸੈਕਿੰਡ ਵਿੱਚ ਕੀ ਦੱਸ ਰਹੇ ਨੇ? ਵੈਨ, ਕਿ ਉਹ ਕਦੋਂ ਹੋਇਆ। ਸ਼ੀ ਰੈਨ ਅ ਰੇਸ, ਉਹ ਇੱਕ ਰੇਸ ਭੱਜੀ, ਉਸਨੇ ਇੱਕ ਰੇਸ 'ਚ ਪਾਰਟਿਸਿਪੇਟ ਕੀਤਾ। ਹੁਣ ਕਦੋਂ ਕੀਤਾ? ਯੈਸਟਰਡੇ। ਓਕੇ, ਵੈਨ ਹੈ ਨਾ, ਕਦੋਂ। ਯੈਸਟਰਡੇ ਕੀ ਹੋ ਗਿਆ? ਐਡਵਰਬ। ਥਰਡ, ਵੇਅਰ, ਕਿੱਥੇ, ਉਹ ਕੰਮ ਕਿੱਥੇ ਹੋਇਆ। ਹੁਣ ਕੰਮ ਕਿਹੜਾ ਹੋਇਆ? ਹੀ ਸੈਟ, ਉਹ ਬੈਠਿਆ। ਕਿੱਥੇ ਬੈਠਿਆ? ਹੇਅਰ। ਸੋ ਹੇਅਰ ਕੀ ਹੋ ਗਿਆ? ਐਡਵਰਬ। फोर्थ, हाउ ऑफन, कि कद कद ਹੁੰਦਾ है। ओके, शी गोज फॉर अ जॉग, ਉਹ ਹੌਲੀ ਹੌਲੀ ਭੱਜਣ ਲਈ ਜਾਂਦੀ ਹੈ। ਉਹ ਭੱਜਣ ਕਿੰਨੀ ਵਾਰ ਜਾਂਦੀ ਹੈ? ਹਾਊ ਆਫਨ, ਡੇਲੀ ਯਾਨੀ ਰੋਜ਼ ਜਾਂਦੀ ਹੈ। ਫਿਫਥ, ਹਾਊ ਮੱਚ, ਕਿੰਨੀ ਮਿਕਦਾਰ ਵਿੱਚ ਉਹ ਕੰਮ ਹੁੰਦਾ। ਮਾਈ ਟਾਈਮਿੰਗ ਇਨ ਦਾ 100 ਮੀਟਰ ਰੇਸ ਵਾਜ਼ ਦਾ ਫਾਸਟੈਸਟ, ਕਿ ਮੇਰੀ ਜਿਹੜੀ 100 ਮੀਟਰ ਰੇਸ ਦੀ ਟਾਈਮਿੰਗ ਹੈ ਉਹ ਸਭ ਤੋਂ ਜ਼ਿਆਦਾ ਫਾਸਟੈਸਟ ਹੈ। ਠੀਕ ਹੈ, ਹਾਊ ਮੱਚ ਹੈ यानी कितनी है। ओके, सो एक्टिविटी 9 ਵਿੱਚ ਅਸੀਂ ਕੀ ਕਰਾਂਗੇ? ਅਸੀਂ ਐਡਵਰਬਸ ਨੂੰ ਅੰਡਰਲਾਈਨ ਕਰਾਂਗੇ। ਲੈਟਸ ਸਟਾਰਟ। ਸੁਨੀਤਾ kept her bag carefully, carefully ਕੀ ਹੋ ਗਿਆ? very good। second, Urmil walks gracefully, gracefully। okay, the police took timely action, timely, ये सारे की ने एडवर्ब्स। fourth, Harish always wakes up at 5 o'clock, always। I came home early from the office, early आ गया। ठीक। sixth, I checked my purse thoroughly, thoroughly की होता है? पूरी तरह। ओके, thoroughly एडवर्ब हो गया। but could not find the pen, पर वो मैं पेन नहीं लभ सकी। seventh, please come quietly in my room, कृपा करके मेरे रूम विच चुप चपीते आओ। सोरेज की हो गया? क्वाइटली। ही वॉकड स्लोली, ओहो हौली हौली तुरया। सो इट्स स्लोली की हो गया? एडवर्ब। आफ्टर द ऑपरेशन, ऑपरेशन तो बाद। वेयर डिड यू गो यस्टरडे, तू कल कितने गया सी? सो इत्थे क्या गया? यस्टरडे। ओके, कदों दी गल है ना। यस्टरडे की हो गया? एडवर्ब। राइट क्लियरली, क्लियरली एडवर्ब हो गया। ओके, एक्टिविटी 10, ਐਡਵਰਬਸ ਐਡ ਟੂ ਦਾ ਮੀਨਿੰਗ ਆਫ ਅ ਵਰਬ। ਇਹ ਤਾਂ ਆਪਾਂ ਦੇਖ ਲਿਆ ਕਿ ਇਹ ਵਰਬ ਦੇ ਵਿੱਚ ਮੀਨਿੰਗਸ ਨੂੰ ਹੋਰ ਐਡ ਕਰਦਾ ਹੈ। ਠੀਕ ਹੈ, ਰਾਈਟ ਇਨ ਦਾ ਸਪੇਸ ਪ੍ਰੋਵਾਈਡਡ ਦਾ ਵਰਬ and the adverb in each sentence in activity 9. The first one is given as an example. ਹੁਣ ਕਹਿੰਦੇ ਜਿਹੜੀ activity 9 ਚ ਤੁਸੀਂ ਦੇਖਿਆ ਉਹਦੇ ਵਿੱਚ verb ਲੱਭੋ ਤੇ ਉਹਦੇ adverb ਉਹਨਾਂ ਨੂੰ ਅਲੱਗ-ਅਲੱਗ ਕਰੋ। ਪਹਿਲਾ ਕਹਿੰਦੇ ਅਸੀਂ ਤੁਹਾਡੇ ਲਈ ਕਰਤਾ ਜਿੱਦਾਂ kept ਤੇ adverb ਕਿਹੜਾ ਸੀ ਉਹਦੇ ਨਾਲ carefully, ਤੇ second ਵਿੱਚ ਕੀ ਆਇਆ walks gracefully, third took timely, wakes always, came early, checked thoroughly, come quietly, walked slowly, go yesterday. Okay ji, activity 11. The poem is about writing a letter. Write the steps of writing a letter mentioned in the poem. One is done for you. ਹੁਣ ਆਪਾਂ steps ਲਿਖਣੇ ਨੇ ਇੱਕ ਲੈਟਰ ਨੂੰ ਰਾਈਟ ਕਰਨ ਦੇ, ਇੱਕ ਤੁਹਾਡੇ ਲਈ ਲਿਖ ਦਿੱਤਾ ਗਿਆ। ਸਭ ਤੋਂ ਪਹਿਲਾਂ ਕੀ ਹੈ writing the date clearly. ਸੋ ਜੋ ਆਪਾਂ ਨੂੰ poem ਵਿੱਚ ਸਟੈਪ ਦਿੱਤੇ ਹਨ ਉਹ ਆਪਾਂ ਇੱਥੇ ਸਟੈਪ ਲਿਖ ਦੇਣੇ ਹਨ। ਠੀਕ ਹੈ, ਫਸਟ ਸਾਡੇ ਲਈ ਹੋ ਗਿਆ ਕਿ writing the date clearly. ਓਕੇ, ਸੈਕਿੰਡ ਕੀ ਹੋਏਗਾ put the right address. ਉਸ ਤੋਂ ਬਾਅਦ body of the letter ਕਿ ਆਪਾਂ ਲੈਟਰ ਵਿੱਚ ਕੀ ਲਿਖਿਆ ਉਹ ਸਾਰਾ ਕੁਝ। ਠੀਕ ਹੈ, write cleanly the body of the letter. okay, so ਜੋ ਉਹਦੇ ਵਿੱਚ ਲਿਖਣਾ ਉਹ ਅਸੀਂ cleanly ਲਿਖਣਾ ਹੈ। body of the letter ਹੁੰਦਾ ਜੋ ਅਸੀਂ ਲੈਟਰ ਵਿੱਚ ਲਿਖਣਾ ਹੈ। ਉਸ ਤੋਂ ਬਾਅਦ ending of letter, ਫਿਰ envelope it, envelope it ਹੁੰਦਾ ਹੈ ਇਸ ਨੂੰ envelope ਵਿੱਚ ਪਾ ਦਿਓ।
ਪੁੱਟ ਦਾ ਸਟੈਂਪ ਔਨ ਤੇ ਲਾਸਟ ਵਿੱਚ ਕੀ ਕਰਾਂਗੇ ਪੋਸਟ ਇਟ ਇਸ ਨੂੰ ਪੋਸਟ ਕਰ ਦਿਓ ਓਕੇ ਐਕਟੀਵਿਟੀ 12 ਪ੍ਰੈਕਟਿਸ ਸਪੀਕਿੰਗ ਦ ਫੋਲੋਇੰਗ ਵਰਡਸ ਵਿਦ ਯੂਰ ਟੀਚਰ ਸਟ੍ਰੈਸ ਦ ਲੈਟਰਸ ਇਨ ਦ ਕੈਪੀਟਲਸ ਮੋਰ ਦੈਨ ਅਦਰਸ ਇਨ ਈਚ ਵਰਡ ਹੁਣ ਆਪਾਂ ਇਹ ਵਰਡਸ ਸਿੱਖਣੇ ਹਨ ਕਿੱਦਾਂ ਬੋਲਣੇ ਹਨ ਤੇ ਜਿਹੜੇ ਲੈਟਰ ਕੈਪੀਟਲ ਨੇ ਉਹਨਾਂ ਨੂੰ ਅਸੀਂ ਜ਼ਿਆਦਾ ਜ਼ੋਰ ਲਾ ਕੇ ਬੋਲਣਾ ਦੂਜੇ ਵਰਡਸ ਦੇ ਮੁਕਾਬਲੇ ਹਾਂਜੀ ਫਰਸਟ ਲੈਟਰ ਸੋ ਇਹਨੂੰ ਲੈਟਰ ਨਹੀਂ ਕਹਿਣਾ ਆਰ ਸਾਇਲੈਂਟ ਰੱਖਣਾ ਲੈਟਰ ਸੋ ਇਹਦੇ 'ਚ ਜ਼ਿਆਦਾ ਜ਼ੋਰ ਕਿੱਥੇ ਲੱਗਿਆ ਐਲ ਤੇ ਈ ਦੇ ਵਿੱਚ ਅੱਗੇ ਪੀ ਤੇ ਓ ਤੇ ਜ਼ਿਆਦਾ ਜ਼ੋਰ ਲਾਣਾ ਪੋਸਟ ਥਰਡ ਮੋਸਟ ਸੋ ਇੰਗਲਿਸ਼ ਵਿੱਚ ਕੀ ਹੁੰਦਾ ਕਿ ਜੋ ਆਖਰੀ ਵਰਡ ਹੁੰਦਾ ਉਹ ਜਾਂ ਤਾਂ ਛੱਡਤਾ ਜਾਂਦਾ ਜਾਂ ਬਹੁਤ ਹਲਕਾ ਜਾਂ ਉਹਨੂੰ ਟੱਚ ਦਿੱਤਾ ਜਾਂਦਾ ਠੀਕ ਹੈ ਪੰਜਾਬੀ ਵਿੱਚ ਇਸ ਤੋਂ ਉਲਟਾ ਪੰਜਾਬੀ 'ਚ ਅਸੀਂ ਅਖੀਰਲਾ ਵਰਡ ਜ਼ਿਆਦਾ ਜ਼ੋਰ ਨਾਲ ਬੋਲਦੇ ਹਾਂ ਜਿਵੇਂ ਅੱਜ ਕੱਲ ਕੁਰਸੀ ਠੀਕ ਹੈ ਪਰ ਇੰਗਲਿਸ਼ ਉਲਟਾ ਇਸ ਕਰਕੇ ਕਈ ਵਾਰ ਸਾਨੂੰ ਦਿੱਕਤ ਆਉਂਦੀ ਹੈ ਜਦੋਂ ਅਸੀਂ ਇੰਗਲਿਸ਼ ਨੂੰ ਵੀ ਪੰਜਾਬੀ 'ਚ ਬੋਲਣ ਦੀ ਕੋਸ਼ਿਸ਼ ਕਰਦੇ ਹਾਂ ਫਿਰ ਥੋੜਾ ਅਜੀਬ ਤਾਂ ਲੱਗਦਾ ਹੈ ਓਕੇ ਜਿਵੇਂ ਪੋਸਟ ਜਿਵੇਂ ਅਸੀਂ ਕਹੀਏ ਸਕੂਲ ਰੋਡ ਓਕੇ ਡਰਾਈਵਰ ਸੋ ਇਹਨਾਂ ਨੂੰ ਇੰਗਲਿਸ਼ ਕਿੱਦਾਂ ਬੋਲਾਂਗੇ ਡਰਾਈਵਰ ਰੋਡ ਸਕੂਲ ਸੋ ਆਖਰੀ ਵਰਡ ਜਿਹੜਾ ਉੱਥੇ ਘੱਟ ਜ਼ੋਰ ਦੇਣਾ ਹੈ ਥਰਡ ਮੋਸਟ fourth person so RH silent कर देना fifth address sixth begin seventh travels eighth anxious ninth envelope okay ji learning to write do you know human beings have progressed so much and animals have not ਕੀ ਤੁਹਾਨੂੰ ਪਤਾ ਹੈ ਕਿ ਮਨੁੱਖ ਬਹੁਤ ਜ਼ਿਆਦਾ ਤਰੱਕੀ ਕਰ ਚੁੱਕੇ ਹਨ ਅਤੇ ਜਾਨਵਰ ਨਹੀਂ it is because humans have language animals do not ਇਹ ਤਾਂ ਹੈ ਕਿ ਮਨੁੱਖਾਂ ਦੇ ਕੋਲ ਭਾਸ਼ਾ ਹੈ ਤੇ ਜਾਨਵਰਾਂ ਕੋਲ ਨਹੀਂ ਹੈ human language has no limits ਮਨੁੱਖੀ ਭਾਸ਼ਾ ਦੀ ਕੋਈ ਸੀਮਾ ਨਹੀਂ ਹੈ you can make an infinite number of sentences infinite ਹੁੰਦਾ ਅਣਗਿਣਤ ਠੀਕ ਹੈ ਤੁਸੀਂ ਅਣਗਿਣਤ ਵਾਕ ਇਸ ਨਾਲ ਬਣਾ ਸਕਦੇ ਹੋ animal language is limited ਜਾਨਵਰਾਂ ਦੀ ਭਾਸ਼ਾ ਬੜੀ ਸੀਮਤ ਹੈ we use language for talking reading writing and listening ਅਸੀਂ ਭਾਸ਼ਾ ਦਾ ਇਸਤੇਮਾਲ ਬੋਲਣ ਵਿੱਚ ਪੜ੍ਹਨ ਵਿੱਚ ਲਿਖਣ ਵਿੱਚ ਅਤੇ ਸੁਣਨ ਵਿੱਚ ਕਰਦੇ ਹਾਂ we should keep trying to speak well and write well ਸੋ ਸਾਨੂੰ ਭਾਸ਼ਾ ਨੂੰ ਵਧੀਆ ਬੋਲਣ ਅਤੇ ਲਿਖਣ ਲਈ ਹਮੇਸ਼ਾ ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ ਹੈ let us do an activity of using the language let us write a message ਆਓ ਅਸੀਂ ਭਾਸ਼ਾ ਨੂੰ ਵਰਤਣ ਦੀ ਇੱਕ ਹੋਰ ਐਕਟੀਵਿਟੀ ਕਰੀਏ let us write a message ਇੱਕ ਮੈਸੇਜ ਲਿਖੀਏ what is message ਮੈਸੇਜ ਕੀ ਹੁੰਦਾ ਹੈ a message is short ਮੈਸੇਜ ਛੋਟਾ ਹੁੰਦਾ ਹੈ it has information for someone ਇਸ ਵਿੱਚ ਕਿਸੇ ਲਈ ਇਨਫੋਰਮੇਸ਼ਨ ਹੁੰਦੀ ਹੈ these days we can use mobile phones to talk ਅੱਜ ਕੱਲ ਅਸੀਂ ਮੋਬਾਈਲ ਫੋਨ ਵਰਤਦੇ ਹਾਂ ਗੱਲਬਾਤ ਕਰਨ ਲਈ but it is still important to know how to write a brief message ਪਰ ਫਿਰ ਵੀ ਇਹ ਬਹੁਤ ਮਹੱਤਵਪੂਰਨ ਹੈ ਇਹ ਜਾਣਨਾ ਕਿ ਇੱਕ ਛੋਟਾ ਮੈਸੇਜ ਸੰਖੇਪ ਮੈਸੇਜ ਸੁਨੇਹਾ ਕਿੱਦਾਂ ਲਿਖੀਦਾ ਹੈ ਇੰਪੋਰਟੈਂਟ ਪੁਆਇੰਟਸ ਟੂ ਰਿਮੈਂਬਰ ਯਾਦ ਰੱਖਣ ਯੋਗ ਮਹੱਤਵਪੂਰਨ ਤੱਥ ਫਰਸਟ ਕੀ ਹੈ ਪਲੇਸ ਦਾ ਮੈਸੇਜ ਵਿਦ ਇਨ ਅ ਬਾਕਸ ਸੋ ਜਦੋਂ ਮੈਸੇਜ ਲਿਖਣਾ ਤਾਂ ਇੱਕ ਬਾਕਸ ਦੇ ਵਿੱਚ ਲਿਖਣਾ ਸੈਕਿੰਡ ਕੀ ਹੈ ਡੂ ਨਾਟ ਰਾਈਟ ਦਾ ਐਡਰੈਸ ਆਫ ਦਾ ਸੈਂਡਰ ਔਰ ਦਾ ਰਿਸੀਵਰ ਉਸ ਮੈਸੇਜ ਵਿੱਚ ਕੋਈ ਐਡਰੈਸ ਨਹੀਂ ਲਿਖਣਾ ਨਾ ਭੇਜਣ ਵਾਲੇ ਦਾ ਤੇ ਨਾ ਹੀ ਪ੍ਰਾਪਤ ਕਰਨ ਵਾਲੇ ਦਾ ਥਰਡ ਡੂ ਨਾਟ ਐਕਸੀਡ ਦਾ ਵਰਡ ਲਿਮਿਟ ਆਫ 50 ਵਰਡਸ ਉਹ ਮੈਸੇਜ 50 ਸ਼ਬਦਾਂ ਤੋਂ ਜ਼ਿਆਦਾ ਨਹੀਂ ਹੋਣਾ ਚਾਹੀਦਾ ਫੋਰਥ ਮੈਂਸ਼ਨ ਦਾ ਟਾਈਮ ਐਂਡ ਡੇਟ ਆਫ ਦਾ ਮੈਸੇਜ ਉਹਦੇ ਵਿੱਚ ਟਾਈਮ ਲਿਖੋ ਤੇ ਡੇਟ ਲਿਖੋ ਜਦੋਂ ਮੈਸੇਜ ਲਿਖਣਾ ਹੈ ਬਿਗਿਨ ਵਿਦ ਅ ਬਰੀਫ ਸੈਲੂਟੇਸ਼ਨ ਸੈਲੂਟੇਸ਼ਨ ਹੁੰਦਾ ਅਭਿਵਾਦਨ ਕਰਨਾ ਕੋਈ ਚੀਜ਼ ਦੀ ਸ਼ੁਰੂਆਤ ਕਰਨਾ ਇੱਕ ਛੋਟੇ ਜਿਹੇ ਅਭਿਵਾਦਨ ਦੇ ਨਾਲ ਉਹਦੀ ਸ਼ੁਰੂਆਤ ਕਰੋ ਸਿਕਸਥ ਰਾਈਟ ਇਨ ਦਾ ਰਿਪੋਰਟਡ ਸਪੀਚ ਤੇ ਉਸ ਨੂੰ ਰਿਪੋਰਟਡ ਸਪੀਚ ਵਿੱਚ ਲਿਖਣਾ ਯਾਨੀ ਡਾਇਰੈਕਟ ਲਿਖਣਾ ਇਨਡਾਇਰੈਕਟ ਸਪੀਚ ਵਿੱਚ ਨਹੀਂ ਲਿਖਣਾ ਵੀ ਤੁਸੀਂ ਸਿੱਧੀਆਂ ਗੱਲਾਂ ਆਪਣੇ ਥਰੂ ਕਹਿਣੀਆਂ ਹਨ ਓਕੇ 7th ਰਾਈਟ ਓਨਲੀ ਦਾ ਐਸੈਂਸ਼ੀਅਲ ਪੁਆਇੰਟਸ ਸਿਰਫ ਜ਼ਰੂਰੀ ਪੁਆਇੰਟਸ ਲਿਖਣੇ ਹਨ ਡੂ ਨਾਟ ਐਡ ਐਨੀਥਿੰਗ ਐਕਸਟਰਾ ਵਾਧੂ ਕੋਈ ਵੀ ਚੀਜ਼ ਐਡ ਨਹੀਂ ਕਰਨੀ ਯੂ ਕੈਨ ਯੂਜ਼ ਐਬਰੀਵੇਸ਼ਨਸ ਐਂਡ ਸਿੰਬਲਸ ਐਬਰੀਵੇਸ਼ਨਸ ਕੀ ਹੁੰਦੇ ਨੇ ਜਦੋਂ ਅਸੀਂ ਕਿਸੇ ਵੱਡੇ ਸ਼ਬਦ ਨੂੰ ਛੋਟਾ ਕਰਕੇ ਲਿਖ ਦਿੰਦੇ ਹਾਂ ਓਕੇ ਉਹਨੂੰ ਕਹਿੰਦੇ ਨੇ ਐਬਰੀਵੇਸ਼ਨ ਅਸੀਂ ਐਬਰੀਵੇਸ਼ਨਸ ਵੀ ਲਿਖ ਸਕਦੇ ਹਾਂ ਤੇ ਸਿੰਬਲਸ ਵੀ ਲਿਖ ਸਕਦੇ ਹਾਂ ਯਾਨੀ ਸੰਕੇਤ ਵੀ ਲਿਖ ਸਕਦੇ ਹਾਂ ਰਾਈਟ ਯੂਰ name at the end of the message ਉਸ ਮੈਸੇਜ ਦੇ ਅਖੀਰ ਵਿੱਚ ਆਪਣਾ ਨਾਮ ਲਿਖਣਾ ਹੈ keep it informal ਇਸ ਨੂੰ ਪੂਰਾ ਸੂਚਨਾ ਦੇਣ ਵਾਲਾ ਬਣਾਉਣਾ ਚਾਹੀਦਾ ਹੈ ਸੋ ਇਹ ਦਾ ਫਾਰਮੈਟ ਹੈ ਜਿਹਦੇ ਵਿੱਚ ਸਭ ਤੋਂ ਪਹਿਲਾਂ ਉੱਪਰ ਲਿਖਿਆ ਹੋਗਾ ਮੈਸੇਜ ਪੂਰੇ ਕੈਪੀਟਲਸ ਵਿੱਚ ਡੇਟ ਲਿਖੀ ਹੋਗੀ ਲੈਫਟ ਸਾਈਡ ਤੇ ਰਾਈਟ ਸਾਈਡ ਤੇ ਟਾਈਮ ਲਿਖਿਆ ਹੋਏਗਾ ਫਿਰ ਸੈਲੂਟੇਸ਼ਨ ਹੋਏਗਾ ਓਕੇ ਕਿਸੇ ਨੂੰ ਵੀ ਆਪਾਂ ਅਭਿਵਾਦਨ ਕਰਦੇ ਹਾਂ ਕੰਟੈਂਟ ਹੋਏਗਾ not more than 50 words ਇਹ ਸਾਰਾ ਕੰਟੈਂਟ ਜਿਹੜਾ ਹੈ 50 ਵਰਡਸ ਤੋਂ ਜ਼ਿਆਦਾ ਨਹੀਂ ਹੋਣਾ ਚਾਹੀਦਾ ਅਖੀਰ ਤੇ ਆਪਾਂ ਕੀ ਲਿਖਾਂਗੇ name okay activity 13
Naveen. Let us read a telephonic conversation between Navneet and Vinita. Navneet ਅਤੇ ਵਿਨੀਤਾ ਦੇ ਵਿੱਚ ਇੱਕ ਟੈਲੀਫੋਨਿਕ ਕਨਵਰਸੇਸ਼ਨ ਹੋਈ ਹੈ, ਉਹਨੂੰ ਅਸੀਂ ਪੜ੍ਹਦੇ ਹਾਂ। ਨਵਨੀਤ ਕੀ ਕਹਿੰਦੀ ਹੈ? ਹੈਲੋ, ਇਜ਼ ਦੈਟ 2626068? ਕੀ ਇਹ 26266068 ਨੰਬਰ ਹੈ? ਵਿਨੀਤਾ ਕੀ ਜਵਾਬ ਦਿੰਦੀ ਯੈਸ। ਨਵਨੀਤ, am I talking to ਹਰਨੀਤ? ਕੀ ਮੈਂ ਹਰਨੀਤ ਨਾਲ ਗੱਲ ਕਰ ਰਹੀ ਹਾਂ? ਵਿਨੀਤਾ, may I know who is calling? ਕੀ ਮੈਂ ਜਾਣ ਸਕਦੀ ਹਾਂ ਕਿ ਕੌਣ ਗੱਲ ਕਰ ਰਿਹਾ? I am ਨਵਨੀਤ, ਮੈਂ ਨਵਨੀਤ ਹਾਂ। I study in the same college as ਹਰਨੀਤ। Is she there? ਮੈਂ ਨਵਨੀਤ ਹਾਂ ਤੇ ਮੈਂ ਹਰਨੀਤ ਦੇ ਕਾਲਜ ਹੀ ਪੜ੍ਹਦੀ ਹਾਂ। ਕੀ ਹਰਨੀਤ ਇੱਥੇ ਹੈ? ਵਿਨੀਤਾ, no, she has gone to the market. ਨਹੀਂ, ਉਹ ਮਾਰਕੀਟ ਗਈ ਹੋਈ ਹੈ। Why don't you call her on her mobile? ਤੂੰ ਉਸਦੇ ਮੋਬਾਈਲ ਤੇ ਕਿਉਂ ਨਹੀਂ ਫੋਨ ਕਰਦੀ? ਨਵਨੀਤ, I tried, ਮੈਂ ਕੋਸ਼ਿਸ਼ ਕੀਤੀ, but it was not reachable, ਪਰ ਇਹ ਪਹੁੰਚ ਤੋਂ ਬਾਹਰ ਸੀ। I need to give her a message, ਮੈਂ ਉਸਨੂੰ ਇੱਕ ਸੁਨੇਹਾ ਦੇਣਾ ਚਾਹੁੰਦੀ ਹਾਂ। ਵਿਨੀਤਾ, you can give me the message. ਵਿਨੀਤਾ ਕਹਿੰਦੀ ਤੂੰ ਮੈਨੂੰ ਮੈਸੇਜ ਦੇ ਸਕਦੀ ਹੈ। ਨਵਨੀਤ, tell her that the trip for tomorrow has been postponed. ਉਸਨੂੰ ਕਹਿ ਦੇਣਾ ਕਿ ਕੱਲ ਜਿਹੜਾ ਜਾਣ ਵਾਲਾ ਟ੍ਰਿਪ ਸੀ ਉਹ ਪੋਸਟਪੋਨਡ ਹੋ ਗਿਆ, ਯਾਨੀ ਉਹਦੀ ਤਰੀਕ ਅੱਗੇ ਪੈ ਗਈ ਹੈ। ਐਂਡ ਸ਼ੀ ਮਸਟ ਕਮ ਰੈਡੀ ਫॉर ਰੈਗੂਲਰ ਕਲਾਸਿਸ, ਤੇ ਇਸ ਕਰਕੇ ਉਹ ਕਾਲਜ ਆਪਣੀਆਂ ਰੈਗੂਲਰ ਕਲਾਸਿਸ ਲਗਾਉਣ ਹੀ ਆਵੇ, ਟ੍ਰਿਪ ਤੇ ਜਾਣ ਲਈ ਨਾ ਆਵੇ। ਵਿਨੀਤਾ, I will tell her. ਠੀਕ ਹੈ, ਮੈਂ ਉਹਨੂੰ ਕਹਿ ਦਵਾਂਗੀ। ਨਵਨੀਤ, thank you. Okay ਜੀ। Vanita has to go to her friend's house, so she writes the message for Harneet and posts on the refrigerator. ਹੁਣ ਵਨੀਤਾ ਨੇ ਨਵਨੀਤ ਕੋਲੋਂ ਮੈਸੇਜ ਸੁਣ ਲਿਆ, ਪਰ ਵਨੀਤਾ ਨੇ ਕੀ ਕਰਨਾ ਸੀ? ਆਪਣੇ ਫਰੈਂਡ ਦੇ ਘਰ ਜਾਣਾ ਸੀ। ਫਿਰ ਉਸਨੇ ਕੀ ਕੀਤਾ? ਇੱਕ ਮੈਸੇਜ ਲਿਖ ਦਿੱਤਾ ਤੇ ਰੈਫ੍ਰਿਜਰੇਟਰ ਦੇ ਉੱਤੇ ਰੱਖਤਾ, ਫ੍ਰਿਜ ਦੇ ਉੱਤੇ ਰੱਖਤਾ। ਠੀਕ ਹੈ, ਮੈਸੇਜ ਉਹ ਕਿੱਦਾਂ ਲਿਖਿਆ? ਆਓ ਆਪਾਂ ਦੇਖਦੇ ਹਾਂ। ਸਭ ਤੋਂ ਪਹਿਲਾਂ ਮੈਸੇਜ, ਲੈਫਟ ਸਾਈਡ ਤੇ ਡੇਟ, ਰਾਈਟ ਸਾਈਡ ਤੇ ਟਾਈਮ। ਹੈਲੋ ਹਰਨੀਤ, ਨਵਨੀਤ called to tell you that your college trip has been postponed and there will be regular classes tomorrow. ਵਿਨੀਤਾ, ਸੋ ਇਹ ਮੈਸੇਜ ਜਿਹੜਾ ਸੀ ਉਹਨੇ ਇੱਕ ਬਣਾ ਕੇ ਦੇ ਦਿੱਤਾ ਤਾਂ ਕਿ ਉਹ ਆਵੇ ਤੇ ਪੜ੍ਹ ਲਵੇ। ਠੀਕ, ਸੋ ਇਹਦੇ ਵਿੱਚ ਦੇਖੋ ਜੋ ਜ਼ਰੂਰੀ ਇਨਫੋਰਮੇਸ਼ਨ ਸੀ ਉਹ ਉਹਦੇ ਚ ਆ ਗਈ ਤੇ ਬਹੁਤ ਇਹਨੂੰ ਛੋਟਾ ਜਿਹਾ ਕਰਕੇ ਮੈਸੇਜ ਬਣਾਤਾ। ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਿਆ? ਸਭ ਤੋਂ ਪਹਿਲਾਂ ਮੈਸੇਜ, ਫਿਰ ਇਹਨੂੰ ਸਾਰੇ ਮੈਸੇਜ ਨੂੰ ਇੱਕ ਬਾਕਸ ਵਿੱਚ ਵੀ ਪਾਇਆ, ਲੈਫਟ ਸਾਈਡ ਤੇ ਡੇਟ ਲਿਖੀ, ਉਸ ਤੋਂ ਬਾਅਦ ਰਾਈਟ ਸਾਈਡ ਤੇ ਟਾਈਮ ਲਿਖਤਾ, ਫਿਰ ਸਟਾਰਟਿੰਗ ਜਿਹੜੀ ਕੀਤੀ ਹੈ ਸੈਲੂਟੇਸ਼ਨ ਨਾਲ ਕੀਤੀ, ਅਭਿਵਾਦਨ ਨਾਲ ਕੀਤੀ, ਹੈਲੋ ਹਰਨੀਤ ਕਿਹਾ ਹਨਾ। ਉਸ ਤੋਂ ਬਾਅਦ ਉਹਦੀ ਬੋਡੀ ਲਿਖੀ, ਫਿਰ ਅਖੀਰ ਤੇ ਜਿੰਨੇ ਉਹ ਮੈਸੇਜ ਲਿਖਿਆ ਉਹਦਾ ਨਾਮ ਆ ਗਿਆ। ਓਕੇ ਜੀ, ਹੁਣ ਆਪਾਂ ਇੱਕ ਐਕਸਰਸਾਈਜ਼ ਆਪ ਕਰਦੇ ਹਾਂ। ਉਹ ਐਕਸਰਸਾਈਜ਼ ਕਿਹੜੀ ਹੋਏਗੀ ਕਿ ਯੂ ਆਰ ਦਾ ਪ੍ਰਿੰਸੀਪਲ ਆਫ ਅ ਸਕੂਲ। ਤੁਸੀਂ ਸਕੂਲ ਦੇ ਪ੍ਰਿੰਸੀਪਲ ਹੋ। ਯੂ ਹੈਵ ਰਿਸੀਵਡ ਅ ਫੋਨ ਕਾਲ, ਤੁਸੀਂ ਇੱਕ ਫੋਨ ਕਾਲ ਸੁਣਦੇ ਹੋ ਫਰੋਮ ਅ ਸਟੂਡੈਂਟਸ ਫਾਦਰ, ਇੱਕ ਲੜਕੇ ਦੇ ਪਿਤਾ ਕੋਲੋਂ। ਦ ਨੇਮ ਆਫ ਦਾ ਸਟੂਡੈਂਟ ਇਜ਼ ਅਮਰਿੰਦਰ। ਉਸ ਸਟੂਡੈਂਟ ਦਾ ਨਾਮ ਕੀ ਹੈ? ਅਮਰਿੰਦਰ। ਹੀ ਸਟੱਡੀਜ਼ ਇਨ 6th ਕਲਾਸ, ਉਹ 6ਵੀਂ ਕਲਾਸ ਵਿੱਚ ਪੜ੍ਹਦਾ ਹੈ। ਹਿਜ਼ ਫਾਦਰ ਹੈਜ਼ ਸੈਡ, ਉਸਦੇ ਪਿਤਾ ਨੇ ਕਿਹਾ that ਅਮਰਿੰਦਰਸ ਗ੍ਰੈਂਡਮਦਰ ਇਜ਼ ਨੋਟ ਵੈਲ, ਕਿ ਅਮਰਿੰਦਰ ਦੇ ਦਾਦੀ ਮਾਂ ਦੀ ਤਬੀਅਤ ਠੀਕ ਨਹੀਂ ਹੈ ਐਂਡ ਹੀ ਸ਼ੁੱਡ ਰੀਚ ਹੋਮ ਕੁਇਕਲੀ, ਤੇ ਉਸ ਨੂੰ ਜਲਦੀ ਘਰ ਪਹੁੰਚ ਜਾਣਾ ਚਾਹੀਦਾ ਹੈ। ਰਾਈਟ ਅ ਮੈਸੇਜ ਫॉर ਦ ਸਟੂਡੈਂਟ। ਹੁਣ ਇਹੀ ਮੈਸੇਜ ਤੁਸੀਂ ਸਟੂਡੈਂਟ ਲਈ ਲਿਖਣਾ ਹੈ। ਦ ਮੈਸੇਜ ਇਜ਼ ਟੂ ਬੀ ਸੈਂਟ ਹਿਮ ਇਨ ਦ ਕਲਾਸ, ਉਹ ਮੈਸੇਜ ਜਿਹੜਾ ਹੈ ਕਲਾਸ ਵਿੱਚ ਭੇਜਣਾ ਹੈ। ਠੀਕ ਹੈ, ਕਿਸ ਤਰ੍ਹਾਂ ਕਰੋਗੇ? ਸਭ ਤੋਂ ਪਹਿਲਾਂ ਉੱਪਰ ਮੈਸੇਜ ਲਿਖੋਗੇ, ਵੈਰੀ ਗੁੱਡ। ਲੈਫਟ ਸਾਈਡ ਤੇ ਕੀ ਲਿਖੋਗੇ? ਡੇਟ, ਰਾਈਟ ਸਾਈਡ ਤੇ ਟਾਈਮ। ਓਕੇ, ਹੁਣ ਆਪਾਂ ਸੈਲੂਟੇਸ਼ਨ ਸ਼ੁਰੂ ਕਰਾਂਗੇ। ਡੀਅਰ ਅਮਰਿੰਦਰ, ਯੂਅਰ ਫਾਦਰ ਕਾਲਡ ਟੂ ਟੈਲ ਯੂ that your grandmother is not well and you should reach home quickly। ਇਹ ਵਾਲਾ ਮੈਸੇਜ ਅਮਰਿੰਦਰ ਤੱਕ ਕਿਸਨੇ ਪਹੁੰਚਾਇਆ? ਪ੍ਰਿੰਸੀਪਲ ਨੇ। ਠੀਕ ਹੈ, ਸੋ ਨੀਚੇ ਕੀ ਲਿਖੋਗੇ? ਪ੍ਰਿੰਸੀਪਲ। ਸੋ ਇਹ ਸੀ ਮੈਸੇਜ ਰਾਈਟਿੰਗ। ਉਮੀਦ ਹੈ ਤੁਹਾਨੂੰ ਇਹ ਪਸੰਦ ਆਈ ਹੋਏਗੀ ਤੇ ਨਵਾਂ ਕੁਝ ਨਾ ਕੁਝ ਸਿੱਖਣ ਨੂੰ ਜ਼ਰੂਰ ਮਿਲਿਆ ਹੋਵੇਗਾ। ਸੋ ਮਿਲਦੇ ਹਾਂ ਇਹੋ ਜਿਹੀ ਹੋਰ ਅਗਲੀ ਇਨਫੋਰਮੇਟਿਵ ਵੀਡੀਓ ਵਿੱਚ। ਤਦ ਤੱਕ ਮੈਨੂੰ ਦਿਓ ਇਜਾਜ਼ਤ। ਮੈਂ ਪਰਮਜੋਤ ਸਿੰਘ, ਥੈਂਕ ਯੂ ਵੈਰੀ ਮਚ।